पहला यूहन्ना दा खत उसका चौथा अध्याय उसकी 12, 13 और 14 आयत। पहला यूहन्ना दा खत, फर्स्ट जॉन primo Giovanni, capitolo 4, verso da 12 fino 14। ज़बूरा दी पोथी, भजन संहिता, पहला यूहन्ना चौथा अध्याय 12 आयत तो लेके 14 आयत तक। परमेश्वर ਨੂੰ ਕਿਸੇ ਨੇ ਕਦੇ ਨਹੀਂ ਡਿਠਾ। और गौर ਦੇ ਨਾਲ ਸੁਣਨਾ ਕਿ ਪਰਮੇਸ਼ਰ ਨੂੰ ਕਦੇ ਵੀ ਕਿਸੇ ਨੇ ਵੇਖਿਆ ਨਹੀਂ। ਜੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖਦੇ ਹਾਂ, ਜੇਕਰ ਅਸੀਂ ਇੱਕ ਦੂਜੇ ਦੇ ਨਾਲ ਮੁਹੱਬਤ ਰੱਖਦੇ ਹਾਂ ਤਾਂ ਪਰਮੇਸ਼ਵਰ ਸਾਡੇ ਵਿੱਚ ਰਹਿੰਦਾ ਹੈ। ਤਦ ਖੁਦਾਵੰਦ ਸਾਡੇ ਵਿੱਚ ਕੀ ਹੈ, ਰਹਿੰਦਾ ਹੈ। ਇੱਥੇ ਸਟਾਪ ਕਰਨਾ। ਕਦੇ ਕਿਸੇ ਨੇ ਪਰਮੇਸ਼ਰ ਨੂੰ ਦੇਖਿਆ ਹੈ ਤੁਹਾਡੇ ਵਿੱਚੋਂ? ਜਿੰਨੇ ਵੀ ਬੈਠੇ ਹੋ ਇਸ ਜਗ੍ਹਾ ਤੇ ਆਪਣੇ ਹੱਥਾਂ ਨੂੰ ਚੁੱਕ ਕੇ ਦਿਖਾਓ, ਕਦੇ ਤੁਸੀਂ ਪਰਮੇਸ਼ਰ ਨੂੰ ਦੇਖਿਆ ਹੈ? ਖੁਦਾਵੰਦ ਨੂੰ ਕਿਸੇ ਨੇ ਕਦੇ ਵੀ ਦੇਖਿਆ ਨਹੀਂ ਹੈ, ਪਰ ਉਹ ਕਿੱਦਾਂ ਨਜ਼ਰ ਆਉਂਦਾ ਹੈ? ਪੜ੍ਹੀਏ ਦੁਬਾਰਾ। ਜੇ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖਦੇ ਹਾਂ, ਜੇ ਅਸੀਂ ਇੱਕ ਦੂਜੇ ਦੇ ਨਾਲ ਕੀ ਰੱਖਦੇ ਹਾਂ? ਮੁਹੱਬਤ ਰੱਖਦੇ ਹਾਂ, ਤਾਂ ਪਰਮੇਸ਼ਵਰ ਸਾਡੇ ਵਿੱਚ ਰਹਿੰਦਾ ਹੈ। ਤਦ ਪਰਮੇਸ਼ਰ ਸਾਡੇ ਵਿੱਚ ਰਹਿੰਦਾ ਹੈ। ਮੁਹੱਬਤ ਇੱਕ ਤਰਫਾ ਨਹੀਂ ਹੁੰਦੀ, ਜਾਣਦੇ ਹੋ ਸਾਰੇ? ਮੁਹੱਬਤ ਇੱਕ ਤਰਫਾ ਨਹੀਂ ਹੁੰਦੀ। ਮੁਹੱਬਤ ਦੇ ਵਿੱਚ ਦੋ ਜਣਿਆਂ ਨੂੰ ਆਪਸ ਦੇ ਵਿੱਚ ਮੁਹੱਬਤ ਕਰਨੀ ਪਏਗੀ। ਜਿਸ ਤਰ੍ਹਾਂ ਤੁਸੀਂ ਸਭ ਇਸ ਜਗ੍ਹਾ ਤੇ ਆਏ ਹੋ, ਅਸੀਂ ਤੁਹਾਡੇ ਸਭ ਦੇ ਨਾਲ ਮੁਹੱਬਤ ਕਰਦੇ ਹਾਂ ਮਸੀਹ ਦੇ ਵਿੱਚ, ਕਿਉਂਕਿ ਤੁਸੀਂ ਸਾਡੇ ਭੈਣ ਭਾਈ ਹੋ, ਤੁਸੀਂ ਸਾਡੇ ਇੱਕ ਪਰਿਵਾਰ ਹੋ। ਔਰ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਲੋਕ ਨੇ, ਅਸੀਂ ਸਭ ਦੇ ਨਾਲ ਕੀ ਕਰਦੇ ਹਾਂ? ਮੁਹੱਬਤ ਕਰਦੇ ਹਾਂ। ਲੇਕਿਨ ਤੁਹਾਡਾ ਵੀ ਫਰਜ਼ ਬਣਦਾ ਸਾਡੇ ਨਾਲ ਕੀ ਕਰਨਾ? ਬਣਦਾ ਜਾਂ ਨਹੀਂ ਬਣਦਾ? ਔਰ ਖੁਦਾਵੰਦ ਦਾ ਕਲਾਮ ਕਹਿੰਦਾ ਹੈ ਕਿ ਕਦੇ ਵੀ ਕਿਸੇ ਨੇ ਖੁਦਾ ਨੂੰ ਵੇਖਿਆ ਨਹੀਂ ਹੈ, ਪਰ ਖੁਦਾਵੰਦ ਮੁਹੱਬਤ ਦੇ ਰਾਹੀਂ ਨਜ਼ਰ ਆਉਂਦਾ ਹੈ। ਅੱਗੇ ਪੜ੍ਹੀਏ। ਤਾਂ ਪਰਮੇਸ਼ਵਰ ਸਾਡੇ ਵਿੱਚ ਰਹਿੰਦਾ ਹੈ। ਤਦ ਖੁਦਾਵੰਦ ਸਾਡੇ ਵਿੱਚ ਰਹਿੰਦਾ ਹੈ, ਤਦ ਪਰਮੇਸ਼ਵਰ ਸਾਡੇ ਅੰਦਰ ਰਹੇਗਾ। ਅੱਗੇ। ਅਤੇ ਉਹਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ਅਤੇ ਉਹਦਾ ਪ੍ਰੇਮ, ਉਹਦੀ ਮੁਹੱਬਤ ਸਾਡੇ ਵਿੱਚ ਸੰਪੂਰਨ। ਸੰਪੂਰਨ ਦਾ ਮਤਲਬ ਜਾਣਦੇ ਹੋ? ਪੂਰਾ, ਕੰਪਲੀਟਲੀ ਕੰਪਲੀਟ, ਐਬਸੋਲੂਟਲੀ ਕੰਪਲੀਟ, ਜਿਹਦੇ ਵਿੱਚ ਕੋਈ ਵੀ ਅਧੂਰਾਪਨ ਨਹੀਂ ਹੈ, ਕੋਈ ਥੋੜਾ ਜਿਹਾ ਵੀ ਸਥਾਨ ਨਹੀਂ ਹੈ, ਬਲਕਿ ਪੂਰੇ ਦਾ ਪੂਰਾ ਖੁਦਾਵੰਦ ਨੇ ਸਾਡੇ ਅੰਦਰ ਉਸ ਨੂੰ ਕੀ ਰੱਖਿਆ ਹੈ। ਅੱਗੇ। ਉਹਨੇ ਆਪਣਾ ਆਤਮਾ ਵਿੱਚੋਂ ਸਾਨੂੰ ਦਾਨ ਜੋ ਕੀਤਾ ਹੈ। ਅਤੇ ਉਸਨੇ ਆਪਣੇ ਆਤਮਾ ਦੇ ਵਿੱਚੋਂ ਸਾਨੂੰ ਕੀ ਕੀਤਾ ਹੈ? ਦਾਨ ਕੀਤਾ ਹੈ। ਖੁਦਾਵੰਦ ਨੇ ਆਪਣੇ ਆਤਮਾ ਦੇ ਵਿੱਚੋਂ ਸਾਨੂੰ ਸਭ ਨੂੰ ਦਾਨ ਕੀਤਾ ਹੈ। ਸਾਡਾ ਜੋ ਵੀ ਅਸੀਂ ਸਾਹ ਲੈ ਰਹੇ ਹਾਂ ਨਾ, ਸਾਡੇ ਅੰਦਰ ਜਿਹੜੀ ਆਤਮਾ ਬੋਲ ਰਹੀ ਹੈ ਇਸ ਵਕਤ, ਇੱਕ ਦੂਜੇ ਨਾਲ ਅਸੀਂ ਗੱਲਾਂ ਕਰਦੇ ਹਾਂ, ਇਹ ਖੁਦਾਵੰਦ ਦੇ ਵੱਲੋਂ ਦਿੱਤਾ ਗਿਆ ਹੈ। ਵਰਨਾ ਜਾਨ ਸਭ ਦੇ ਅੰਦਰ ਹੈ, ਜਾਨ ਪਰਿੰਦਿਆਂ ਦੇ ਅੰਦਰ ਵੀ ਹੈ, ਪੰਛੀਆਂ ਦੇ ਅੰਦਰ ਵੀ ਹੈ, ਡੰਗਰਾਂ ਦੇ ਅੰਦਰ ਵੀ ਹੈ, ਲੇਕਿਨ ਉਹ ਬੋਲ ਨਹੀਂ ਸਕਦੇ। ਬੋਲਿਆ ਸਿਰਫ ਆਤਮਾ ਦੇ ਦੁਆਰਾ ਜਾਂਦਾ ਹੈ। ਔਰ ਆਤਮਾ ਜਿਹੜੀ ਖੁਦਾਵੰਦ ਨੇ ਸਾਡੇ ਅੰਦਰ ਰੱਖੀ ਹੈ, ਉਹੀ ਬੁਲਾਉਂਦੀ ਹੈ। ਅੱਗੇ। ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਰਹਿੰਦੇ ਹਾਂ। ਔਰ ਇਸ ਤੋਂ ਅਸੀਂ ਜਾਣ ਲੈਂਦੇ ਹਾਂ ਜੋ ਅਸੀਂ ਕਿਹਦੇ ਵਿੱਚ ਰਹਿੰਦੇ ਹਾਂ? ਪਰਮੇਸ਼ਵਰ ਦੇ ਵਿੱਚ ਰਹਿੰਦੇ ਹਾਂ। ਅੱਗੇ। ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। ਔਰ ਉਹ ਸਾਡੇ ਅੰਦਰ ਰਹਿੰਦਾ ਹੈ। ਅੱਗੇ। ਅਸੀਂ ਵੇਖਿਆ ਹੈ ਔਰ ਅਸੀਂ ਵੇਖਦੇ ਹਾਂ ਅਤੇ ਸਾਖੀ ਦਿੰਦੇ ਹਾਂ। ਔਰ ਕੀ ਦਿੰਦੇ ਹਾਂ? ਗਵਾਹੀ ਦਿੰਦੇ ਹਾਂ। ਅਸੀਂ ਜਦੋਂ ਦੇਖਦੇ ਹਾਂ ਖੁਦਾਵੰਦ ਦੀ ਮੁਹੱਬਤ ਨੂੰ, ਜੋ ਸਾਡੇ ਜੀਵਨ ਦੇ ਵਿੱਚ ਉਹ ਕੰਮ ਕਰਦਾ ਹੈ, ਤੇ ਫਿਰ ਸਾਡਾ ਕੀ ਫਰਜ਼ ਬਣਦਾ ਹੈ? ਗਵਾਹੀ ਦੇਣਾ। ਕੀ ਦੇਣਾ? ਅਗਰ ਤੁਹਾਨੂੰ ਕੋਈ ਫਰੀ ਦੇ ਵਿੱਚ ਕੋਈ ਗਿਫਟ ਦੇ ਦੇਵੇ, ਤੁਹਾਨੂੰ ਜਾਣਦਾ ਵੀ ਨਾ ਹੋਵੇ, ਤੇ ਤੁਸੀਂ ਉਸ ਦਾ ਧੰਨਵਾਦ ਕਰੋਗੇ ਜਾਂ ਨਹੀਂ ਕਰੋਗੇ? ਉੱਚੀ ਬੋਲੋ ਸਾਰੇ। ਕਰੋਗੇ ਉਸ ਦਾ ਧੰਨਵਾਦ, ਔਰ ਦੂਸਰਿਆਂ ਨੂੰ ਦੱਸੋਗੇ ਕਿ ਉਹ ਉਸ ਭੈਣ ਨੇ, ਉਸ ਭਾਈ ਨੇ ਮੈਨੂੰ ਕੀ ਦਿੱਤਾ? ਗਿਫਟ ਦਿੱਤਾ ਹੈ। ਖੁਦਾਵੰਦ ਨੇ ਸਾਨੂੰ ਜਾਨ ਦਿੱਤੀ ਹੈ, ਖੁਦਾਵੰਦ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਤੇ ਅਸੀਂ ਉਹਦਾ ਧੰਨਵਾਦ ਕਰਨਾ ਹੈ ਤੇ ਦੂਜਿਆਂ ਨੂੰ ਗਵਾਹੀ ਦੇਣੀ ਹੈ। ਔਰ ਖੁਦਾਵੰਦ ਦੇ ਨਾਮ ਦੇ ਵਿੱਚ ਇੱਕ ਦੂਜੇ ਨੂੰ ਕੀ ਹੈ? ਮੁਹੱਬਤ ਕਰਨੀ ਹੈ। ਅੱਗੇ। ਜੋ ਪਿਤਾ ਨੇ ਪੁੱਤਰ ਨੂੰ ਘੱਲਿਆ, ਜੋ ਪਿਤਾ ਨੇ ਪੁੱਤਰ ਨੂੰ ਘੱਲਿਆ, ਭਾਈ ਉਹਦਾ ਸੰਸਾਰ ਦਾ ਮੁਕਤੀ ਦਾਤਾ ਹੋਵੇ, ਤਾਂ ਜੋ ਉਹ ਸੰਸਾਰ ਦਾ ਕੀ ਹੋ ਜਾਏ? ਮੁਕਤੀ ਦਾਤਾ ਹੋ ਜਾਏ। ਬਾਪ ਨੇ
ਆਪਣੇ ਪੁੱਤਰ ਨੂੰ ਇਸ ਸੰਸਾਰ ਦੇ ਵਿੱਚ ਘੱਲਿਆ ਤਾਂ ਜੋ ਕੀ ਹੋ ਜਾਏ। ਕੀ ਪੜਿਆ ਤੁਸੀਂ, ਸੁਣਿਆ ਤੁਸੀਂ? ਕੀ ਹੋ ਜਾਏ? ਮੁਕਤੀ ਦਾਤਾ ਹੋ ਜਾਏ। ਉਹ ਸਾਡੇ ਲਈ ਸਾਲਵੇਸ਼ਨ ਬਣ ਜਾਏ, ਸਾਡੇ ਲਈ ਮੁਕਤੀ ਦੇਣ ਵਾਲਾ ਜ਼ਰੀਆ ਬਣ ਜਾਏ। ਅੱਗੇ, ਜੋ ਕੋਈ ਮੰਨ ਲੈਂਦਾ ਹੈ ਜੋ ਕੋਈ ਮੰਨ ਲੈਂਦਾ ਹੈ ਭਾਈ ਪ੍ਰਭੂ ਪਰਮੇਸ਼ਵਰ ਦਾ ਪੁੱਤਰ ਹੈ ਕਿ ਪ੍ਰਭੂ ਕਿ ਯਿਸੂ ਪਰਮੇਸ਼ਵਰ ਦਾ ਪੁੱਤਰ ਹੈ। ਕੌਣ? ਯਿਸੂ ਪਰਮੇਸ਼ਵਰ ਦਾ ਪੁੱਤਰ। ਬਹੁਤ ਸਾਰੇ ਲੋਕ ਮੰਨਦੇ ਨੇ ਕਿ ਉਹ ਮੰਨਦੇ ਨੇ ਕਿ ਪਰਮੇਸ਼ਵਰ ਦਾ ਕੋਈ ਵੀ ਬੇਟਾ ਨਹੀਂ ਹੁੰਦਾ, ਲੇਕਿਨ ਜਿਹੜੇ ਇਸ ਗੱਲ ਨੂੰ ਨਹੀਂ ਮੰਨਦੇ ਉਹ ਸੱਚਾਈ ਤੋਂ ਬਹੁਤ ਦੂਰ ਨੇ। ਬਾਣੀ ਦੇ ਵਿੱਚ ਲਿਖਿਆ, ਗੁਰਬਾਣੀ ਦੇ ਅੰਦਰ ਇੱਕ ਸ਼ਲੋਕ ਆਇਆ, ਮੈਂ ਤੁਹਾਨੂੰ ਦੱਸਦਾ ਕਿ ਪਰਮੇਸ਼ਵਰ ਦਿੱਤਾ ਬੰਨਾ ਜਿਸ ਰੋਗ ਦਾ ਡੇਰਾ ਪੰਨਾ। ਖੁਦਾ ਨੇ ਆਪਣੇ ਪੁੱਤਰ ਨੂੰ ਦਿੱਤਾ ਤੇ ਜਿੰਨੇ ਸਾਰੇ ਰੋਗਾਂ ਦਾ ਕੀ ਹੈ ਡੇਰਾ ਕੀ ਹੈ ਭੰਨ ਸੁੱਟਿਆ। ਔਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਵਾਰਾਂ ਦੇ ਅੰਦਰ ਲਿਖਿਆ ਕਿ ਪੁਨ ਰਾਕਸ ਦਾ ਕਾਟਾ ਸੀਸਾ ਹੈ ਸ੍ਰੀ ਅਸਕੇਤ ਜਗਤ ਕੇ ਈਸਾ। ਕਿ ਜਗਤ ਦੇ ਵਿੱਚ ਜਿਹੜਾ ਆਇਆ ਹੈ ਉਹ ਈਸਾ ਹੈ ਜਿਹਨੇ ਮੌਤ ਦੇ ਉੱਤੇ ਕੀ ਹੈ ਫਤਹ ਪਾਈ ਹੈ, ਜਿਹਨੇ ਸਲੀਬ ਦੇ ਉੱਤੇ ਜਾਨ ਦੇ ਕੇ ਸਾਰੇ ਸੰਸਾਰ ਨੂੰ ਮੁੱਲ ਖਰੀਦ ਲਿਆ ਹੈ। ਹਾਲੇਲੂਇਆ, ਹਾਲੇਲੂਇਆ। ਪੜ੍ਹੀਏ ਅੱਗੇ। ਪਰਮੇਸ਼ਵਰ ਉਹਦੇ ਵਿੱਚ ਅਤੇ ਉਹ ਪਰਮੇਸ਼ਵਰ ਦੇ ਵਿੱਚ ਰਹਿੰਦਾ ਹੈ। ਪਰਮੇਸ਼ਵਰ ਉਹਦੇ ਵਿੱਚ ਤੇ ਉਹ ਖੁਦਾ ਦੇ ਅੰਦਰ ਕੀ ਹੈ ਰਹਿੰਦਾ ਹੈ। ਹੁਣ ਪੜ੍ਹਨਾ ਤੁਸੀਂ ਇਸੇ ਦਾ 5ਵਾਂ ਅਧਿਆਇ ਉਹਦੀ 10 ਆਇਤ ਤੋਂ ਲੈ ਕੇ 12 ਆਇਤ ਤੱਕ। ਹਾਂਜੀ। ਜਿਹੜਾ ਪਰਮੇਸ਼ਵਰ ਦੇ ਪੁੱਤਰ ਉੱਤੇ ਨਿਹਚਾ ਕਰਦਾ ਹੈ, ਜਿਹੜਾ ਪਰਮੇਸ਼ਵਰ ਦੇ ਪੁੱਤਰ ਦੇ ਉੱਤੇ ਕੀ ਕਰਦਾ ਹੈ? ਨਿਹਚਾ ਕਰਦਾ ਹੈ। ਉਹ ਆਪਣੇ ਵਿੱਚ ਹੀ ਸਾਖੀ ਰੱਖਦਾ ਹੈ। ਉਹ ਆਪਦੇ ਅੰਦਰ ਕੀ ਰੱਖਦਾ? ਗਵਾਹੀ ਰੱਖਦਾ ਹੈ। ਅੱਗੇ, ਜਿਹੜਾ ਪਰਮੇਸ਼ਵਰ ਦੀ ਪ੍ਰਤੀਤ ਨਹੀਂ ਕਰਦਾ ਔਰ ਜਿਹੜਾ ਪਰਮੇਸ਼ਵਰ ਦਾ ਯਕੀਨ ਨਹੀਂ ਕਰਦਾ ਉਸ ਨੇ ਉਹਨੂੰ ਝੂਠਾ ਬਣਾ ਛੱਡਿਆ ਹੈ। ਉਸ ਨੇ ਉਹਨੂੰ ਕੀ ਬਣਾ ਛੱਡਿਆ ਹੈ? ਝੂਠਾ। ਔਰ ਜਿਹੜਾ ਇਹ ਯਕੀਨ ਨਹੀਂ ਕਰਦਾ ਕਿ ਖੁਦਾਵੰਦ ਯਿਸੂ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ, ਉਹ ਲੋਕ ਆਪਣੇ ਆਪ ਨੂੰ ਕੀ ਝੂਠਾ ਬਣਾ ਲੈਂਦੇ ਹਨ। ਅੱਗੇ, ਕਿਉਂ ਜੋ ਉਸ ਨੇ ਉਸ ਸਾਖੀ ਉੱਤੇ ਨਿਹਚਾ ਨਹੀਂ ਕੀਤੀ ਕਿਉਂ ਜੋ ਹੈ, ਉਸ ਨੇ ਉਸ ਗਵਾਹੀ ਦੇ ਉੱਤੇ ਯਕੀਨ ਨਹੀਂ ਕੀਤਾ ਜਿਹੜੀ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ ਹੈ, ਜਿਹੜੀ ਖੁਦਾ ਨੇ ਆਪਣੇ ਬੇਟੇ ਦੇ ਬਾਬਤ ਦਿੱਤੀ ਹੈ। ਅੱਗੇ, ਅਤੇ ਉਹ ਸਾਖੀ ਇਹ ਹੈ ਭਾਈ ਅਤੇ ਉਹ ਗਵਾਹੀ ਜਾਣਦੇ ਹੋ ਕੀ ਹੈ? ਉਹ ਗਵਾਹੀ ਇਹ ਹੈ ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਕਿ ਖੁਦਾ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਹੈ ਅਤੇ ਇਹ ਜੀਵਨ ਉਹਦੇ ਪੁੱਤਰ ਵਿੱਚ ਹੈ। ਅਤੇ ਇਹ ਜ਼ਿੰਦਗੀ ਉਹਦੇ ਪੁੱਤਰ ਦੇ ਅੰਦਰ ਹੈ। ਯੂਹੰਨਾ ਰਸੂਲ ਦੀ ਅੰਜੀਲ 3 ਅਧਿਆਇ 16 ਦੇ ਵਿੱਚ ਜਾਣਦੇ ਹੋ ਕੀ ਲਿਖਿਆ ਹੈ? ਕਿਹਨੂੰ ਯਾਦ ਹੈ? ਉੱਚੀ ਬੋਲੋ ਸਾਰੇ। ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪ੍ਰੇਮ ਕੀਤਾ ਕਿ ਆਪਣਾ ਇਕਲੌਤਾ ਪੁੱਤਰ। ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪ੍ਰੇਮ ਕੀਤਾ ਜੋ, ਮੇਰੇ ਨਾਲ ਬੋਲੀਏ ਸਭ, ਪਰਮੇਸ਼ਵਰ ਨੇ, ਉੱਚੀ ਆਵਾਜ਼ ਦੇ ਨਾਲ, ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਬੇਟਾ ਦੇ ਦਿੱਤਾ ਤਾਂ ਜੋ ਕੋਈ ਵੀ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਯਿਸੂ ਮਸੀਹ ਦੇ ਨਾਮ ਦੀ ਤਾੜੀ ਵਜਾਓ। ਹਾਲੇਲੂਇਆ। ਉਹ ਸਾਨੂੰ ਜੀਵਨ ਦੇਣ ਦੇ ਲਈ ਇਸ ਜਗਤ ਦੇ ਵਿੱਚ ਆਇਆ ਹੈ। ਜਾਣਦੇ ਹੋ, ਸਾਡਾ ਜੀਵਨ ਇਸ ਧਰਤੀ ਦੇ ਉੱਤੇ ਸਿਰਫ 60 ਜਾਂ 70 ਜਾਂ 80 ਵਰੇ ਦਾ ਹੈ। ਅੱਜ ਮੈਂ ਕਿਤੇ ਥੋੜਾ ਗਮਗੀਨ ਵੀ ਹਾਂ ਤੇ ਆਨੰਦ ਵੀ ਹਾਂ। ਜਾਣਦੇ ਹੋ ਕਿਉਂ? ਕਿਉਂਕਿ ਅੱਜ ਸ਼ਾਇਦ ਮੈਂ ਇਸ ਕਰਕੇ ਥੋੜਾ ਗਮਗੀਨ ਹਾਂ ਕਿ ਅੱਜ ਮੇਰੇ ਪਿਤਾ ਨੂੰ 9 ਮਹੀਨੇ ਹੋ ਗਏ ਨੇ ਪੂਰੇ ਇਸ ਸੰਸਾਰ ਤੋਂ ਗਏ ਨੂੰ। ਪਰ ਮੈਂ ਇਸ ਲਈ ਖੁਸ਼ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਪੁੱਤਰ ਨੂੰ ਦਿੱਤਾ ਤਾਂ ਜੋ ਸਾਨੂੰ ਕੀ ਦੇਵੇ? ਜ਼ਿੰਦਗੀ ਦੇਵੇ, ਸਾਨੂੰ ਜੀਵਨ ਦੇ, ਸਾਨੂੰ ਜੀਵਨ ਦੇਣ ਦੇ ਲਈ ਖੁਦਾਵੰਦ ਯਿਸੂ ਮਸੀਹ ਆਇਆ ਹੈ। ਔਰ ਉਹ ਅਗਰ ਨਾ ਆਉਂਦਾ ਤੇ ਸਾਡੇ ਕੋਲ ਕੋਈ ਵੀ ਟਿਕਾਣਾ ਨਹੀਂ ਸੀ। ਅਸੀਂ ਸੰਸਾਰ ਦੇ ਵਿੱਚ ਆਪਣੀ ਦੌੜ ਕੇ ਪੂਰੀ ਕਰਕੇ ਮਰ ਜਾਣਾ ਹੈ, ਲੇਕਿਨ ਇੱਕ ਦਿਨ ਅਸੀਂ ਖੁਦਾ ਦੇ ਸਾਹਮਣੇ ਖਲੋਣਾ ਹੈ।
ਸਭ ਨੇ, ਮੈਂ ਵੀ, ਤੁਸੀਂ ਵੀ, ਅਸੀਂ ਸਭ ਨੇ ਪਰਮੇਸ਼ਵਰ ਦੇ ਹਜ਼ੂਰ ਖੜਨਾ ਹੈ। ਅਦਾਲਤ ਲੱਗੇਗੀ, ਤਖਤ ਲੱਗਾ ਹੋਏਗਾ, ਮੈਂ ਔਰ ਤੁਸੀਂ ਖੁਦਾਵੰਦ ਦੇ ਸਾਹਮਣੇ ਲਾਈਨਾਂ ਦੇ ਵਿੱਚ ਖੜੇ ਹੋਣਾ। ਔਰ ਜੇ ਅਸੀਂ ਖੁਦਾਵੰਦ ਦੇ ਵਿੱਚ ਆਪਣੇ ਜੀਵਨ ਨੂੰ ਬਸਰ ਕਰਦੇ ਹਾਂ ਤਾਂ ਖੁਦਾਵੰਦ ਸਾਨੂੰ ਆਪਣੇ ਰਾਈਟ ਹੈਂਡ, ਆਪਣੇ ਸੱਜੇ ਹੱਥ ਕੀ ਹੈ, ਬਿਠਾਏਗਾ। ਸੱਜੇ ਹੱਥ ਬਿਠਾਏਗਾ। ਜਾਣਦੇ ਹੋ ਸੱਜੇ ਹੱਥ ਕੌਣ ਬਹਿੰਦੇ ਨੇ? ਜਿਹੜੇ ਖੁਦਾਵੰਦ ਦੇ ਚੁਣੇ ਹੋਏ ਨੇ, ਜਿਹੜੇ ਖੁਦਾਵੰਦ ਦੇ ਮਰਜ਼ੀ ਨੂੰ ਪੂਰਾ ਕਰਕੇ ਸੰਸਾਰ ਦੇ ਵਿੱਚੋਂ ਦੀ ਜਾਂਦੇ ਨੇ। ਖੁਦਾ ਉਹਨਾਂ ਨੂੰ ਸੱਜੇ ਹੱਥ ਬਿਠਾਉਂਦਾ ਹੈ, ਉਹਨਾਂ ਨੂੰ ਕਦੇ ਵੀ ਖੱਬੇ ਨਹੀਂ ਬਿਠਾਏਗਾ, ਉਹਨਾਂ ਨੂੰ ਸੱਜੇ ਹੱਥ ਰਾਈਟ ਹੈਂਡ ਬਿਠਾਏਗਾ। ਔਰ ਖੁਦਾਵੰਦ ਯਿਸੂ ਮਸੀਹ ਇਸ ਲਈ ਆਇਆ ਤਾਂ ਜੋ ਮੈਨੂੰ ਔਰ ਤੁਹਾਨੂੰ ਮੁਕਤੀ ਦੇ। ਮੁਕਤੀ ਕੋਈ ਵੀ ਨਹੀਂ ਦੇ ਸਕਦਾ। ਜਾਣਦੇ ਹੋ ਯਿਸੂ ਦਾ ਨਾਮ ਦਾ ਮਤਲਬ ਕੀ ਹੈ? ਯਿਸੂ ਦਾ ਮਤਲਬ ਹੈ ਮੁਕਤੀ, ਔਰ ਮਸੀਹ ਦਾ ਮਤਲਬ ਹੈ ਮਸਾ ਕੀਤਾ ਹੋਇਆ। ਜਿਹੜਾ ਮੁਕਤੀ ਦੇ ਲਈ ਖੁਦਾ ਦੇ ਵੱਲੋਂ ਮਸਾ ਕੀਤਾ ਹੋਇਆ, ਉਹ ਸੰਸਾਰ ਦੇ ਵਿੱਚ ਆ ਗਿਆ ਅਤੇ ਉਸ ਨੇ ਸੰਸਾਰ ਦੇ ਉੱਤੇ ਆ ਕੇ ਸਾਡੇ ਸਭ ਦੇ ਲਈ ਜੀਵਨ ਦਾ ਮਾਰਗ ਖੋਲ ਦਿੱਤਾ। ਜਾਣਦੇ ਹੋ ਜਦੋਂ ਯਿਸੂ ਮਸੀਹ ਪੈਦਾ ਹੋਇਆ, ਯਿਸੂ ਮਸੀਹ ਦੇ ਪੈਦਾ ਹੋਣ ਤੋਂ 700-800 ਸਾਲ ਪਹਿਲਾਂ ਭਵਿੱਖਬਾਣੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਏਗਾ, ਉਹਦਾ ਇਹ ਨਿਸ਼ਾਨ ਹੋਏਗਾ, ਰਾਜ ਉਹਦੇ ਮੋਢਿਆਂ ਉੱਤੇ ਹੋਏਗਾ ਅਤੇ ਉਸ ਦਾ ਨਾਮ ਇਉਂ ਸੱਦਿਆ ਜਾਏਗਾ, ਸਰਵ ਸ਼ਕਤੀਮਾਨ ਪਰਮੇਸ਼ਵਰ, ਅਚਰਜ ਸਲਾਹੂ, ਅਨਾਦਿ ਪਿਤਾ, ਔਰ ਜਿਸ ਦੀ ਮੁਕਤੀ ਦਾ ਕਦੇ ਵੀ ਅੰਤ ਨਹੀਂ ਹੋਏਗਾ। ਉਹਦੀ ਮੁਕਤੀ ਦਾ ਕਦੇ ਵੀ ਅੰਤ ਨਹੀਂ ਹੋਏਗਾ। ਉਹ ਬੇਸ਼ੱਕ ਸਵਰਗ ਦੇ ਵਿੱਚ ਇਸ ਵਕਤ ਮੌਜੂਦ ਹੈ, ਲੇਕਿਨ ਉਹ ਇਸ ਜਗ੍ਹਾ ਤੇ ਵੀ ਮੌਜੂਦ ਹੈ। ਹਾਲੇਲੂਇਆ। ਲਿਖਿਆ ਬਾਈਬਲ ਦੇ ਅੰਦਰ, ਜਿੱਥੇ 2 ਜਾਂ 3 ਮੇਰੇ ਨਾਮ ਦੇ ਵਿੱਚ ਇਕੱਠੇ ਨੇ, ਉਸ ਜਗ੍ਹਾ ਤੇ ਮੈਂ ਉਹਨਾਂ ਦੇ ਵਿਚਕਾਰ ਹਾਜ਼ਰ ਹਾਂ। ਔਰ ਮੈਂ ਵਿਸ਼ਵਾਸ ਕਰਦਾ ਹਾਂ, ਅਸੀਂ ਸਭ ਵਿਸ਼ਵਾਸ ਕਰਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਸਾਡੇ ਨਾਲ ਹੈ। ਜਾਣਦੇ ਹੋ ਜਦੋਂ ਕਰੋਨਾ ਸ਼ੁਰੂ ਹੋਇਆ ਸੀ, ਬਹੁਤ ਸਾਰੇ ਲੋਕ ਚਲੇ ਗਏ ਧਰਤੀ ਦੇ ਉੱਤੋਂ, ਸਾਡੇ ਅਜ਼ੀਜ਼ ਵੀ ਚਲੇ ਗਏ। ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਜੇ ਅਸੀਂ ਜ਼ਿੰਦਾ ਹਾਂ, ਜੇ ਅਸੀਂ ਅੱਜ ਤੱਕ ਬਚੇ ਹਾਂ, ਤਾਂ ਇਹਦੇ ਲਈ ਖੁਦਾਵੰਦ ਦਾ ਧੰਨਵਾਦ ਕਰੋ। ਇੱਕ ਛੋਟਾ ਜਿਹਾ ਵਾਇਰਸ ਹੈ ਜਿਹੜਾ ਕਿਸੇ ਨੂੰ ਦਿਖਦਾ ਨਹੀਂ ਹੈ। ਬਹੁਤ ਵੱਡੇ ਵੱਡੇ ਹਥਿਆਰ ਅੱਜ ਇਨਸਾਨ ਬਣਾ ਕੇ ਰੱਖਦਾ ਹੈ ਕਿ ਮੈਂ ਇਸ ਦੇਸ਼ ਨੂੰ ਜਾਂ ਉਸ ਦੇਸ਼ ਨੂੰ ਤਬਾਹ ਕਰ ਦਾਂਗਾ, ਲੇਕਿਨ ਇੱਕ ਛੋਟਾ ਜਿਹਾ ਸੂਖਸ਼ਮ ਵਾਇਰਸ ਜਿਹੜਾ ਹੈ, ਬਿਲਕੁਲ ਉਹ ਮਾਈਕਰੋਸਕੋਪ ਦੇ ਅੰਦਰ ਵੀ ਬੜੀ ਆਸਾਨੀ ਦੇ ਨਾਲ ਨਹੀਂ ਆਉਂਦਾ, ਉਹ ਇਨਸਾਨ ਦੇ ਅੰਦਰ ਆ ਜਾਂਦਾ ਹੈ। ਇਨਸਾਨ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ, ਇਨਸਾਨ ਖਤਮ। ਇਸ ਲਈ ਪਰਮੇਸ਼ਵਰ ਦਾ ਧੰਨਵਾਦ ਕਰੋ ਹਰ ਟਾਈਮ। ਜਦੋਂ ਵੀ ਖੁਦਾ ਤੁਹਾਨੂੰ ਮੌਕਾ ਦਿੰਦਾ ਹੈ, ਉਹਦਾ ਧੰਨਵਾਦ ਜ਼ਰੂਰ ਕਰੋ। ਜੇ ਅਸੀਂ ਜ਼ਿੰਦਾ ਹਾਂ ਤਾਂ ਉਹਦੇ ਨਾਮ ਦੀ ਮਹਿਮਾ ਦੇ ਲਈ ਜ਼ਿੰਦਾ ਹਾਂ। ਅੱਜ ਸ਼ਾਇਦ ਅਸੀਂ ਸਭ ਨੇ ਬਹੁਤ ਸਮਾਂ ਲਗਾਇਆ ਹੋਵੇਗਾ ਤਿਆਰ ਹੋਣ ਦੇ ਲਈ। ਕਿੰਨਾ ਸਮਾਂ ਕਿਸੇ ਨੇ, ਤੁਸੀਂ ਕਿੰਨਾ ਸਮਾਂ ਸ਼ੀਸ਼ੇ ਦੇ ਮੂਹਰੇ ਲਾਇਆ ਹੈ? ਇਮਾਨਦਾਰੀ ਦੇ ਨਾਲ ਦੱਸਣਾ। 2 ਮਿੰਟ ਬਾੜ ਵਾਸਤੇ ਸਿਰਫ। ਆਪਣੇ ਆਪ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਦੇਖਦੇ ਹਾਂ ਦਰਪਣ ਦੇ ਅੰਦਰ, ਸ਼ੀਸ਼ੇ ਦੇ ਅੰਦਰ। ਦੇਖਦੇ ਹਾਂ ਜਾਂ ਨਹੀਂ ਦੇਖਦੇ? ਦੇਖਦੇ ਹਾਂ ਆਪਣੇ ਆਪ ਨੂੰ। ਅੱਜ ਅਸੀਂ ਵੱਡੇ ਦਿਨ ਤੇ ਜਾਣਾ ਹੈ। ਬਹੁਤ ਸੋਹਣੇ ਕੱਪੜੇ ਆਪਣੇ ਲਈ ਸਿਲੈਕਟ ਕੀਤੇ ਨੇ, ਆਪਣੇ ਲਈ ਬਹੁਤ ਸਾਰੀਆਂ ਚੀਜ਼ਾਂ ਸਿਲੈਕਟ ਕੀਤੀਆਂ ਨੇ। ਮੈਂ ਆਪ ਕਰਾਂਗਾ, ਮੈਂ ਉਹ ਕਰਾਂਗਾ। ਬਾਹਰੀ ਤੌਰ ਦੇ ਨਾਲ ਅਸੀਂ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਾਂ ਸਾਰੇ। ਤੁਸੀਂ ਸਭ ਬਹੁਤ ਖੂਬਸੂਰਤ ਹੋ ਕਿਉਂਕਿ ਤੁਸੀਂ ਖੁਦਾਵੰਦ ਦੇ ਲੋਕ ਹੋ। ਤੁਸੀਂ ਬਹੁਤ ਖੂਬਸੂਰਤ ਹੋ। ਆਪਣੇ ਆਪ ਨੂੰ ਕਦੇ ਵੀ ਕੰਪੇਅਰ ਨਾ ਕਰੋ ਕਿਸੇ ਦੇ ਨਾਲ। ਮੈਂ ਖੂਬਸੂਰਤ ਨਹੀਂ ਹਾਂ, ਕਦੀ ਵੀ ਨਾ ਕਹੋ, ਕਿਉਂਕਿ ਤੁਸੀਂ ਖੁਦਾ ਦੀ ਕਾਰਾਗਰੀ ਹੋ। ਖੁਦਾ ਨੇ ਤੁਹਾਨੂੰ ਤੁਹਾਡੀ ਮਾਂ ਦੀ ਗੋਦ ਔਖ ਦੇ ਵਿੱਚ ਰਚਿਆ। ਤੁਸੀਂ ਖੂਬਸੂਰਤ ਹੋ। ਆਪਣੇ ਆਪ ਨੂੰ ਕਦੇ ਵੀ ਕਿਸੇ ਦੇ ਨਾਲ ਕੰਪੇਅਰ ਨਾ ਕਰੋ, ਕਦੇ ਵੀ ਕਿਸੇ ਦੇ ਨਾਲ ਕੰਪੇਅਰ ਨਾ ਕਰੋ। ਤੁਸੀਂ ਯੂ ਆਰ ਦਾ ਓਨਲੀ ਵਨ। ਤੁਸੀਂ ਸਿਰਫ ਔਰ ਸਿਰਫ ਇੱਕੋ ਹੀ ਹੋ ਜਿਨ੍ਹਾਂ ਨੂੰ ਖੁਦਾ ਨੇ ਬਣਾਇਆ ਹੈ। ਬਾਹਰੋਂ ਅਸੀਂ ਬਹੁਤ ਖੂਬਸੂਰਤ ਸਾਰੇ ਲੱਗ ਰਹੇ, ਅੰਦਰੋਂ ਵੀ ਆਪਣੇ ਆਪ ਨੂੰ ਖੂਬਸੂਰਤ ਬਣਾਈਏ। ਅੰਦਰੋਂ ਵੀ ਖੁਦਾਵੰਦ ਨੂੰ ਖੂਬਸੂਰਤ ਨਜ਼ਰ ਆਈਏ ਔਰ ਖੁਦਾਵੰਦ ਯਿਸੂ ਮਸੀਹ ਨੂੰ ਕਹੀਏ ਕਿ ਖੁਦਾਵੰਦ ਤੂੰ ਹੀ ਮੇਰਾ ਮੁਕਤੀ ਦਾਤਾ ਹੈ। ਖੁਦਾਵੰਦ ਤੂੰ ਮੇਰੇ ਲਈ ਪੈਦਾ ਹੋਇਆ ਹੈ, ਤੂੰ ਮੇਰੇ ਲਈ ਆ ਕੇ ਨਜ਼ਾਤ ਦਹਿੰਦਾ ਬਣਿਆ। ਮੈਂ ਗੁਨਾਹਗਾਰ ਸੀ, ਮੈਂ ਪਾਪੀ ਸੀ, ਮੇਰੇ ਅੰਦਰ ਕੋਈ ਵੀ ਇਹੋ ਜਿਹੀ ਕੁਵਤ ਨਹੀਂ, ਮੇਰੇ ਅੰਦਰ ਕੋਈ ਵੀ ਇਹੋ ਜਿਹੀ ਲਿਆਕਤ ਨਹੀਂ। ਖੁਦਾ, ਮੈਂ ਇਸ ਯੋਗ ਨਹੀਂ ਹਾਂ ਕਿ ਮੈਂ ਤੇਰੀ ਬਾਰਗਾਹ ਦੇ ਵਿੱਚ ਦਾਖਲ ਹੋ ਸਕਾਂ। ਖੁਦਾਵੰਦ, ਮੈਂ ਇਸ ਯੋਗ ਨਹੀਂ ਹਾਂ ਕਿ ਮੈਂ
ਨਵਾਂ ਦਿਨ ਵੀ ਦੇਖ ਸਕਾਂ। ਤੇਰਾ ਫਜ਼ਲ ਹੈ, ਤੇਰਾ ਰਹਿਮ ਹੈ ਜੋ ਮੈਂ ਜ਼ਿੰਦਾ ਹਾਂ। ਤੇਰਾ ਫਜ਼ਲ ਹੈ, ਤੇਰਾ ਰਹਿਮ ਹੈ ਜੋ ਮੈਂ ਇਸ ਵਕਤ ਜ਼ਿੰਦਾ ਹਾਂ। ਔਰ ਇੱਕ ਆਇਤ ਨੂੰ ਹੋਰ ਪੜ੍ਹੀਏ ਮੇਰੇ ਨਾਲ। ਇਸੇ ਦਾ ਦੂਸਰਾ ਅਧਿਆਇ, ਪਹਿਲਾ ਯੋਹਨਾ दूसरा अध्याय। बच्चों कृपा करके 2 मिनट बैठ जाओ, बाद ਵਿੱਚ ਜਿੰਨਾ ਮਰਜ਼ੀ ਤੁਸੀਂ ਸ਼ੋਰ ਮਚਾਈ ਜਾਣਾ। ਪਹਿਲਾ ਯੋਹਨਾ ਦਾ ਖਤ ਦੂਸਰਾ ਅਧਿਆਇ 15 ਆਇਤ ਪੜਨਾ। ਸੰਸਾਰ ਨਾਲ ਮੋਹ ਨਾ ਰੱਖੋ। ਹੁਣ ਸੁਣੋ ਗੌਰ ਦੇ ਨਾਲ, ਸੰਸਾਰ ਦੇ ਨਾਲ ਮੁਹੱਬਤ ਨਾ ਰੱਖੋ। ਲੇਕਿਨ ਪਹਿਲਾਂ ਕੀ ਪੜ੍ਹ ਕੇ ਗਏ ਆ? ਕੀ ਪੜ੍ਹਿਆ ਸੀ? ਅਸੀਂ ਇੱਕ ਦੂਜੇ ਦੇ ਨਾਲ ਕੀ ਕਰਨੀ ਹੈ? ਮੁਹੱਬਤ ਰੱਖਣੀ ਹੈ। ਹੁਣ ਖੁਦਾਵੰਦ ਦਾ ਕਲਾਮ ਕਹਿੰਦਾ ਕਿ ਸੰਸਾਰ ਦੇ ਨਾਲ ਮੁਹੱਬਤ ਨਾ ਰੱਖਣਾ। ਅੱਗੇ ਨਾ ਉਹਨਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ, ਤੇ ਨਾ ਹੀ ਉਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਸੰਸਾਰ ਦੇ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਜਿਹੜਾ ਬੰਦਾ ਸੰਸਾਰ ਦੇ ਨਾਲ ਮੁਹੱਬਤ ਰੱਖਦਾ ਏ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਅਤੇ ਉਹਦੇ ਅੰਦਰ ਪਿਤਾ ਦਾ ਪ੍ਰੇਮ ਨਹੀਂ ਹੈ। ਹੁਣ ਰੁਕੋ ਜੋ ਕਿ ਰੁਕੋ ਇੱਕ ਮਿੰਟ। ਸੰਸਾਰ ਦੇ ਨਾਲ ਮੁਹੱਬਤ, ਮੇਰੇ ਨਾਲ ਰਹੋ ਸਾਰੇ, ਸੰਸਾਰ ਦੇ ਨਾਲ ਮੁਹੱਬਤ ਨਾ ਰੱਖੋ। ਸੰਸਾਰ ਦੇ ਵਿੱਚ ਜਾਣਦੇ ਹੋ ਕੀ ਹੈ? ਸੰਸਾਰ ਦੇ ਵਿੱਚ ਬਦਮਸਤੀਆਂ ਨੇ, ਸੰਸਾਰ ਦੇ ਅੰਦਰ ਬਹੁਤ ਦੁਰਾਚਾਰ ਹੈ। ਇਸ ਲਈ ਖੁਦਾਵੰਦ ਦਾ ਕਲਾਮ ਕਹਿੰਦਾ ਸੰਸਾਰ ਦੇ ਨਾਲ ਮੁਹੱਬਤ ਨਾ ਰੱਖੋ। ਕੋਈ ਆਪਣੀਆਂ ਚੀਜ਼ਾਂ ਦੇ ਨਾਲ ਮੁਹੱਬਤ ਰੱਖਦਾ ਹੈ, ਕੋਈ ਆਪਣੇ ਕੱਪੜਿਆਂ ਦੇ ਨਾਲ ਬਹੁਤ ਮੁਹੱਬਤ ਰੱਖਦਾ ਹੈ, ਕੋਈ ਆਪਣੇ ਆਈਫੋਨ ਦੇ ਨਾਲ ਬਹੁਤ ਮੁਹੱਬਤ ਰੱਖਦਾ ਹੈ, ਕੋਈ ਆਪਣੀ ਆਈ ਵਾਚ ਦੇ ਨਾਲ ਬਹੁਤ ਮੁਹੱਬਤ ਰੱਖਦਾ ਹੈ, ਕੋਈ ਆਪਣੇ 에ਅਰਪੋਰਟ ਦੇ ਨਾਲ ਬਹੁਤ ਮੁਹੱਬਤ ਰੱਖਦਾ ਹੈ, ਕੋਈ ਆਪਣੇ ਕੰਪਿਊਟਰ ਦੇ ਨਾਲ ਬਹੁਤ ਮੁਹੱਬਤ ਰੱਖਦਾ ਹੈ। ਖੁਦਾਵੰਦ ਦਾ ਕਲਾਮ ਜਾਣਦੇ ਹੋ ਕੀ ਕਹਿ ਰਿਹਾ ਸਾਨੂੰ? ਸੰਸਾਰ ਦੇ ਨਾਲ ਮੁਹੱਬਤ ਨਾ ਰੱਖੋ, ਚੀਜ਼ਾਂ ਦੇ ਨਾਲ ਮੁਹੱਬਤ ਨਾ ਰੱਖੋ। ਇਹ ਵਸਤਾਂ ਢਲ ਜਾਣਗੀਆਂ। ਕਈਆਂ ਨੂੰ ਘਰ ਬਹੁਤ ਪਿਆਰਾ, ਘਰ ਦੇ ਨਾਲ ਵੀ ਮੁਹੱਬਤ ਨਾ ਰੱਖੋ ਇੰਨੀ। ਖੁਦਾ ਤੋਂ ਜ਼ਿਆਦਾ ਕਿਸੇ ਦੇ ਨਾਲ ਵੀ ਮੁਹੱਬਤ ਨਾ ਰੱਖੋ। ਪਰਮੇਸ਼ਵਰ ਤੋਂ ਜ਼ਿਆਦਾ ਕਿਸੇ ਵੀ ਚੀਜ਼ ਦੇ ਨਾਲ ਮੁਹੱਬਤ ਨਾ ਰੱਖੋ। ਆ ਜਿਹੜਾ ਬੰਦਾ ਤੁਹਾਡੇ ਸਾਹਮਣੇ ਖੜਾ, ਇਹ ਇਨਸਾਨ, ਇਹੀ ਮੇਰਾ ਘਰ ਹੈ। ਇਹ ਬਦਨ ਦਾ ਵਤਨ ਇੱਕ ਦਿਨ ਮੈਂ ਛੱਡਾਂਗਾ, ਅਸੀਂ ਸਭ ਛੱਡਾਂਗੇ। ਇਸ ਦੇ ਨਾਲ ਮੁਹੱਬਤ ਰੱਖੋ। ਇਸ ਨੂੰ ਖੁਦਾਵੰਦ ਦੇ ਵਿੱਚ ਤਿਆਰ ਕਰੋ। ਪਰਮੇਸ਼ਵਰ ਦੇ ਮੋਹਰੇ ਗੋਡੇ ਲਾ ਕੇ ਪ੍ਰਾਰਥਨਾ ਕਰੋ, ਖੁਦਾਵੰਦ ਮੈਨੂੰ ਆਪਣੇ ਲਈ ਤਿਆਰ ਕਰ, ਮੈਨੂੰ ਆਪਣੇ ਲਈ ਬਣਾ, ਮੈਨੂੰ ਆਪਣੇ ਲਈ ਚਲਾ। ਇਸ ਸੰਸਾਰ ਦੀਆਂ ਚੀਜ਼ਾਂ ਇੱਥੇ ਰਹਿ ਜਾਣਗੀਆਂ, ਥੋੜੇ ਸਮੇਂ ਦਾ ਸਾਰਾ ਕੁਝ। ਬਾਈਬਲ ਦੇ ਵਿੱਚ ਲਿਖਿਆ ਕਿ ਬਹੁਤ ਭੈੜੇ ਸਮੇਂ ਆ ਰਹੇ ਨੇ। ਬਾਈਬਲ ਵਿੱਚ ਲਿਖਿਆ ਇਨ ਦਾ ਲੈਟਰ ਡੇਜ਼ perilous times shall come। ਬੜੇ ਭੈੜੇ ਸਮੇਂ ਆਉਣਗੇ ਜਿਨ੍ਹਾਂ ਦੇ ਵਿੱਚ ਮਨੁੱਖ ਆਪ ਸਵਾਰਥੀ ਹੋ ਜਾਏਗਾ, ਮਾਇਆ ਦਾ ਲੋਭੀ ਹੋ ਜਾਏਗਾ ਔਰ ਬੜੀ ਸ਼ੇਖੀਬਾਜ਼ ਇਨਸਾਨ ਬਣ ਜਾਏਗਾ। ਲੇਕਿਨ ਇਹ ਸਾਰੀਆਂ ਚੀਜ਼ਾਂ ਇਸ ਸੰਸਾਰ ਦੇ ਵਿੱਚ ਹੀ ਗਰਕ ਹੋ ਜਾਣਗੀਆਂ। ਆਪਣੀ ਜਾਨ ਨੂੰ, ਆਪਣੀ ਸੋਲ ਨੂੰ, ਆਪਣੇ ਪ੍ਰਾਣ ਨੂੰ ਔਰ ਆਪਣੀ ਆਤਮਾ ਨੂੰ ਬਚਾਓ। ਆਪਣੀ ਆਤਮਾ ਨੂੰ ਯਿਸੂ ਮਸੀਹ ਦੇ ਕਦਮਾਂ ਦੇ ਵਿੱਚ ਲਿਆਓ, ਅੰਗੀਕਾਰ ਕਰੋ, ਕਿਉਂਕਿ ਉਹੀ ਸਾਨੂੰ ਮੁਕਤੀ ਦੇ ਸਕਦਾ ਹੈ। और किसी दूजे तो मुक्ति नहीं है। पढ़िए एक आयत को पढ़ना मेरे नाल, रसूलों के किताब में 4 अध्याय की 12 आयत। रसूलों के किताब बुक ऑफ एक्ट्स, प्रेरितों के काम 4 अध्याय उसका 12 वचन। और किसी दूसरे तो मुक्ति लिब्रो दी आती, इटालियन दे विच लिब्रो दी आती, कैपिटोलो 4 verso 12। आज पढ़िए। और किसी दूसरे तो मुक्ति नहीं, और किसी दूजे तो मुक्ति नहीं है। क्यों जो आकाश दे हेठां, क्यों जो आसमान दे थल्ले मनुक्खां विच इंसानां दे अंदर कोई दूजा नाम नहीं, कोई भी दूजा नाम नहीं दिता गया जिस तो असी बचाए जाना जिस तो है। ਅਸੀਂ ਕੀ ਹੈ ਬਚਾਏ ਜਾਣਾ ਹੈ। ਕੋਈ ਵੀ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਹਦੇ ਦੁਆਰਾ ਸਾਡਾ ਮੋਕਸ਼ ਹੋ ਸਕਦਾ ਹੈ, ਜਿਹਦੇ ਦੁਆਰਾ ਅਸੀਂ ਕੀ ਹੈ बच सकते हैं। दोबारा मुड़ तो आइए, पहला यूहन्ना 2 अध्याय 15, 16 और 17 आयत। थोड़ा सा माना समय। ਸੰਸਾਰ ਨਾਲ ਮੋਹ ਨਾ ਰੱਖੋ, लिखिया कि संसार दे नाल मोहब्बत ना रखो, ਨਾ ਉਹਨਾਂ ਵਸਤੂਆਂ ਨਾਲ
ਨਾ ਹੀ ਉਹਨਾਂ ਚੀਜ਼ਾਂ ਦੇ ਨਾਲ ਜੋ ਸੰਸਾਰ ਵਿੱਚ ਹਨ, ਜਿਹੜੀਆਂ ਸੰਸਾਰ ਦੇ ਵਿੱਚ ਹਨ। ਜੋ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ, ਜਿਹੜਾ ਇਨਸਾਨ ਸੰਸਾਰ ਦੇ ਨਾਲ ਮੁਹੱਬਤ ਰੱਖਦਾ ਹੈ ਤਾਂ ਉਹਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਉਹਦੇ ਅੰਦਰ ਪਿਤਾ ਦੀ ਮੁਹੱਬਤ ਨਹੀਂ ਹੈ। ਜੇ ਅਸੀਂ ਸੰਸਾਰ ਦੀਆਂ ਚੀਜ਼ਾਂ ਨੂੰ ਮੁਹੱਬਤ ਕਰਾਂਗੇ ਤਾਂ ਸਾਡੇ ਅੰਦਰ ਪਰਮੇਸ਼ਵਰ ਦਾ ਪ੍ਰੇਮ ਨਹੀਂ ਹੋਏਗਾ, ਖੁਦਾ ਦੀ ਮੁਹੱਬਤ ਨਹੀਂ ਹੋਏਗੀ। ਅੱਗੇ, ਕਿਉਂਕਿ ਸਭੇ ਕੁਝ ਜੋ ਸੰਸਾਰ ਵਿੱਚ ਹੈ, ਕਿਉਂ ਜੋ ਸਾਰੀਆਂ ਚੀਜ਼ਾਂ ਜਿਹੜੀਆਂ ਸੰਸਾਰ ਦੇ ਅੰਦਰ ਹਨ, ਅਰਥਾਤ ਸਰੀਰ ਦੀ ਕਾਮਨਾ, ਕਿਹੜੀ ਚੀਜ਼? ਸਰੀਰ ਦੀ ਕਾਮਨਾ, ਡਿਜ਼ਾਇਰ ਆਫ ਬਾਡੀ, ਜਾਂ ਇਸ ਨੂੰ ਇੰਗਲਿਸ਼ ਦੀ ਬਾਈਬਲ 'ਚ ਲਿਖਿਆ ਲਸਟ। ਲਸਟ ਜਾਣਦੇ ਹੋ ਕੀ? ਜਿਹੜੀ ਬੁਰੀ ਲੱਤ ਇਨਸਾਨ ਨੂੰ ਲੱਗੀ ਹੁੰਦੀ ਹੈ, ਔਰ ਜਿਸਮ ਦੀ ਖਵਾਹਿਸ਼। ਅੱਗੇ, ਅਤੇ ਨੇਤਰਾਂ ਦੀ ਕਾਮਨਾ, ਔਰ ਨੇਤਰਾਂ ਦੀ ਕਾਮਨਾ। ਅੱਖਾਂ ਸਾਡੀਆਂ ਦੇਖਦੀਆਂ ਇਹ ਫਲਾਨੀ ਚੀਜ਼ ਮੇਰੇ ਕੋਲ ਹੋਏ, ਆਹ ਚੀਜ਼ ਮੇਰੇ ਕੋਲ ਹੋਏ, ਉਹ ਚੀਜ਼ ਮੇਰੇ ਕੋਲ ਹੋਏ, ਇਹ ਸੋਹਣੀ ਗੱਡੀ ਮੇਰੇ ਕੋਲ ਹੋਏ, ਇਹ ਸੋਹਣਾ ਘਰ ਮੇਰੇ ਕੋਲ ਹੋਏ। ਅੱਖਾਂ ਦੀ ਅਭਿਲਾਸ਼ਾ। ਅੱਗੇ, ਅਤੇ ਜੀਵਨ ਦਾ ਅਭਿਮਾਨ, ਔਰ ਜੀਵਨ ਦਾ ਘਮੰਡ। ਜੀਵਨ ਦੇ ਉੱਤੇ ਘਮੰਡ ਨਹੀਂ ਕਰਨਾ ਸੀ ਕਿਸੇ ਨੇ ਵੀ, ਕਿਉਂਕਿ ਸਾਡਾ ਘਮੰਡ ਕਰਨਾ ਖੁਦਾਵੰਦ ਦੇ ਵਿੱਚ ਖੁਦਾ ਨੂੰ ਗੁੱਸਾ ਚੜਾਉਂਦਾ ਹੈ। ਜੇ ਅਸੀਂ ਘਮੰਡ ਕਰਦੇ ਹਾਂ ਨਾ ਆਪਣੇ ਆਪ ਦੇ ਉੱਤੇ, ਅਸੀਂ ਪਰਮੇਸ਼ਵਰ ਦੇ ਕੀ ਹੈ, ਵਿਰੋਧੀ ਹੋ ਜਾਂਦੇ ਹਾਂ, ਖੁਦਾ ਦੀ ਨਜ਼ਰ ਦੇ ਵਿੱਚ ਗੁਨੇਗਾਰ ਹੋ ਜਾਵਾਂਗੇ। ਔਰ ਖੁਦਾਵੰਦ ਕਹਿੰਦਾ ਆਪਣੇ ਸਰੀਰ ਦੀ ਖਾਹਿਸ਼ ਦੇ ਉੱਤੇ ਘਮੰਡ ਨਹੀਂ ਕਰਨਾ। ਅੱਗੇ, ਸੋ ਪਿਤਾ ਤੋਂ ਨਹੀਂ, ਸੋ ਉਹ ਲੋਕ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ, ਉਹ ਸੰਸਾਰ ਤੋਂ ਹਨ। ਅੱਗੇ, ਅਤੇ ਸੰਸਾਰ ਨਾਲੇ ਉਹਦੀ ਕਾਮਨਾ ਸੰਸਾਰ ਅਤੇ ਉਹਦੀ ਕਾਮਨਾ ਬੀਤਦੀ ਜਾਂਦੀ ਹੈ। ਇਹ ਕੀ ਜਾਰੀ ਹੈ? ਬੀਤਦੀ ਜਾ ਰਹੀ ਹੈ। ਅੱਜ ਜਾਣਦੇ ਹੋ ਇਨਫੋਰਮੇਸ਼ਨ ਜਿਹੜੀ ਹੈ, ਤੁਹਾਡੇ ਫੋਨ ਜਿਹੜੇ ਤੁਸੀਂ ਤੁਹਾਡੇ ਹੱਥਾਂ ਦੇ ਵਿੱਚ ਨੇ, ਇਹਨਾਂ ਨੂੰ ਅਜੋਰਨਾਮੈਂਟੋ ਦੀ ਲੋੜ ਪੈਂਦੀ ਹੈ ਨਾ ਲੋੜ? ਤੁਸੀਂ ਅੱਜ ਸਟੱਡੀ ਕਰ ਰਹੇ ਹੋ ਨਾ, ਤੁਹਾਡੀ ਸਟੱਡੀ ਨੂੰ ਵੀ ਅਜੋਰਨਾਮੈਂਟੋ ਦੀ ਲੋੜ ਪੈਂਦੀ ਹੈ। ਕੋਈ ਵੀ ਚੀਜ਼ ਪਰਮਾਨੈਂਟ ਨਹੀਂ ਹੈ, ਹਰ ਚੀਜ਼ ਨੂੰ ਅਪਡੇਟ ਚਾਹੀਦੀ ਹੈ। ਅਗਰ ਮੈਂ ਮੰਨ ਲਓ 81 ਦੇ ਵਿੱਚ ਪੈਦਾ ਹੋਇਆ ਤਾਂ ਮੈਂ ਉਸ ਸਮੇਂ ਦੇ ਹਿਸਾਬ ਨਾਲ ਅੱਜ ਜੀ ਨਹੀਂ ਸਕਦਾ, ਮੈਨੂੰ ਅਪਡੇਟ ਹੋਣਾ ਪਏਗਾ। ਜਾਣਦੇ ਹੋ ਮੈਂ ਕੀ ਸਮਝਾਉਣਾ ਚਾਹੁੰਦਾ ਤੁਹਾਨੂੰ? ਸਾਨੂੰ ਅਜੋਰਨਾਮੈਂਟੋ ਕਰਨ ਦੀ ਲੋੜ ਹੈ, ਪਰ ਸੰਸਾਰ ਦੇ ਮੁਤਾਬਕ ਨਹੀਂ, ਬਲਕਿ ਖੁਦਾਵੰਦ ਦੇ ਮੁਤਾਬਕ ਅਜੋਰਨਾਮੈਂਟੋ ਸਾਡੀ ਹੋਣੀ ਚਾਹੀਦੀ ਹੈ। ਅੱਜ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ, ਅਗਰ ਮੁਸੀਬਤਾਂ ਦੇ ਦੌਰ ਚੱਲ ਰਹੇ ਨੇ, ਸਾਨੂੰ ਦੁਆ ਦੇ ਵਿੱਚ ਆਪਣੀ ਅਜੋਰਨਾਮੈਂਟੋ ਵਧਾਉਣੀ ਪਏਗੀ। ਸਾਨੂੰ ਖੁਦਾ ਨੂੰ ਸਮਾਂ ਦੇਣਾ ਪਏਗਾ। ਜਿੱਥੇ ਤੁਸੀਂ ਕਦੀ ਪ੍ਰਾਰਥਨਾ ਕਰਦੇ ਸੀ ਨਾ 5 ਮਿੰਟ 10 ਮਿੰਟ, ਅੱਜ ਅੱਧਾ ਘੰਟਾ ਲਾਓ। ਅਗਰ ਅੱਧਾ ਘੰਟਾ ਲਾਉਂਦੇ ਸੀ ਤਾਂ 1 ਘੰਟਾ ਪ੍ਰਾਰਥਨਾ ਕਰੋ। ਫਿਰ ਦੇਖਣਾ ਉਹ ਦੁਆ ਤੁਹਾਡੇ ਜਿਸਮ ਦੇ ਅੰਦਰ, ਤੁਹਾਡੇ ਦਿਲ ਦੇ ਅੰਦਰ, ਤੁਹਾਡੀ ਆਤਮਾ ਦੇ ਅੰਦਰ ਖੁਦਾਵੰਦ ਦੇ ਨਾਲ ਕਿਹੋ ਜਿਹੀ ਰਫਾਕਤ ਪੈਦਾ ਕਰਦੀ। ਫਿਰ ਖੁਦਾਵੰਦ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਫਿਰ ਪਰਮੇਸ਼ਵਰ ਦੀ ਮੁਹੱਬਤ ਤੁਹਾਡੇ ਅੰਦਰ ਪੈਦਾ ਹੋਣੀ ਸ਼ੁਰੂ ਹੋ ਜਾਏਗੀ। ਔਰ ਖੁਦਾਵੰਦ ਦਾ ਕਲਾਮ ਕਹਿੰਦਾ ਕਿ ਇਸ ਦੁਨੀਆ ਦੇ ਜਹਾਨ ਦੀਆਂ ਚੀਜ਼ਾਂ ਦੇ ਨਾਲ ਮੁਹੱਬਤ ਨਾ ਰੱਖੋ। ਮੈਂ ਪੜ੍ਹਦਾ ਹਾਂ ਇਸ ਨੂੰ ਆਪਣੀ ਬਾਈਬਲ ਦੇ ਵਿੱਚ लिखा है इस बाइबल के अंदर, ना दुनिया से मोहब्बत रखो ना उन चीज़ों से जो दुनिया में है। जो कोई दुनिया से मोहब्बत रखता है उसमें बाप की मोहब्बत नहीं, क्योंकि जो कुछ दुनिया में है यानी जिस्म की ख्वाहिश और आंखों की ख्वाहिश, जिंदगी की शेखी, वो बाप की तरफ से नहीं बल्कि दुनिया की तरफ से है। दुनिया और उसकी ख्वाहिश दोनों मिटती जाती हैं, लेकिन जो खुदा की मर्जी पर चलता है वो अबद तक कायम रहेगा। जड़ा परमेश्वर की मर्जी के मुताबिक चल रहा है वो हमेशा तक की रहेगा, ਕਾਇਮ ਰਹੇਗਾ। हमेशा तक कौन कायम रह सकता है? ਜਿਹੜਾ ਖੁਦਾ ਦੀ ਮਰਜ਼ੀ ਦੇ ਤੇ ਚੱਲਦਾ। बोलो सारे, जड़ा परमेश्वर की मर्जी के मुताबिक चलता है वही हमेशा तक अबद तक कायम रहेगा। ਅੱਜ ਸਾਡੇ ਘਰਾਂ ਦੀ ਮਿਆਦ ਹੈ 100 ਸਾਲ, ਵੱਧ ਤੋਂ ਵੱਧ ਉਸ ਤੋਂ ਬਾਅਦ ਸ਼ਾਇਦ ਢਾਉਣੇ ਪੈ ਜਾਣਗੇ ਜਾਂ ਨਵੇਂ ਬਣਾਉਣੇ ਪੈ ਜਾਣਗੇ ਜਾਂ ਰਿਪੇਅਰ ਕਰਨੀ ਪਏਗੀ। ਹਰ ਚੀਜ਼ ਦੀ ਦੁਨੀਆ ਦੇ ਉੱਤੇ ਇੱਕ ਮਿਆਦ ਹੈ, ਸਾਡੇ ਜਿਸਮ ਦੀ ਵੀ ਮਿਆਦ ਹੈ। ਲੇਕਿਨ ਜੇ ਅਸੀਂ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਚੱਲ ਰਹੇ ਹਾਂ ਨਾ, ਬਹੁਤ ਅਨੰਤਤਾ ਦੇ ਵਿੱਚ ਜੀਵਾਂਗੇ, ਇਨਫਿਨਿਟੀ ਦੇ ਵਿੱਚ ਜੀਵਾਂਗੇ। ਕਿੰਨੇ ਸਾਲ ਤੁਸੀਂ ਜੀਣਾ ਚਾਹੁੰਦੇ ਹੋ ਸਾਰੇ? ਤੁਹਾਡੇ ਵਿੱਚੋਂ ਕੌਣ ਲੰਬੇ ਸਮੇਂ ਤੱਕ ਜੀਣਾ ਚਾਹੁੰਦਾ? ਮੈਂ
ਸਾਰੇ ਹੱਥ ਖੜੇ ਕਰੋ ਹਨ ਫਿਰ ਹੱਥ ਖੜੇ ਕਰੋ। ਮੈਨੂੰ ਇਦਾਂ ਲੱਗ ਰਿਹਾ ਕਿ ਤੁਸੀਂ ਨਹੀਂ ਦੇਣਾ ਚਾਹੁੰਦੇ। ਡਾਊਟ ਕਿਸ ਗੱਲ ਦਾ ਆਪਾਂ ਨੂੰ? ਮੈਂ ਦੁਆ ਕਰਦਾ ਖੁਦਾ ਤੁਹਾਨੂੰ ਸਭ ਨੂੰ ਸੰਭਾਲ ਕੇ ਰੱਖੇ, ਤੁਹਾਨੂੰ ਸਭ ਨੂੰ ਲੰਬੀ ਜ਼ਿੰਦਗੀ ਦੇ। ਨਵਾਂ ਸਾਲ ਇੱਕ ਹਫ਼ਤੇ ਬਾਅਦ ਹੈ, ਸੇਮ ਡੇ। ਅੱਜ ਸਾਬਤ ਹੈ, ਅਗਲੇ ਸਾਬਤ ਨੂੰ ਨਵਾਂ ਸਾਲ ਹੈ। ਸਾਡੀਆਂ ਬਹੁਤ ਸਾਰੀਆਂ ਯੋਜਨਾਵਾਂ ਹੁੰਦੀਆਂ ਨੇ ਕਿ ਅਸੀਂ ਨਵੇਂ ਸਾਲ ਦੇ ਵਿੱਚ ਇਹ ਕਰਾਂਗੇ ਉਹ ਕਰਾਂਗੇ। ਉਹਨਾਂ ਯੋਜਨਾਵਾਂ ਨੂੰ ਖੁਦਾਵੰਦ ਦੇ ਅੱਗੇ ਰੱਖੋ। ਕਿਹਦੇ ਅੱਗੇ ਰੱਖੋ? ਪਰਮੇਸ਼ਵਰ ਦੇ ਅੱਗੇ ਰੱਖੋ। ਖੁਦਾਵੰਦ ਦੇ ਅੱਗੇ ਰੱਖੋਗੇ, ਖੁਦਾਵੰਦ ਦੇ ਵਿੱਚ ਨਵੇਂ ਸਾਲ ਨੂੰ ਸ਼ੁਰੂ ਕਰੋਗੇ, ਖੁਦਾਵੰਦ ਤੁਹਾਨੂੰ ਬਲੈਸ ਕਰੇਗਾ, ਖੁਦਾਵੰਦ ਤੁਹਾਨੂੰ ਬਰਕਤ ਦੇਗਾ। 31 ਤਰੀਕ ਨੂੰ ਸ਼ਰਾਬਾਂ ਨਾ ਪੀਓ, 31 ਤਰੀਕ ਨੂੰ ਕੋਈ ਵੀ ਪੁੱਠਾ ਕੰਮ ਨਾ ਕਰਿਓ, 31 ਤਰੀਕ ਨੂੰ ਕੋਈ ਵੀ ਇਹੋ ਜਿਹਾ ਕੰਮ ਨਾ ਕਰਨਾ ਜਿਹਦੇ ਨਾਲ ਤੁਸੀਂ ਸਿਰਫ ਚੰਦ ਪਲ ਦੀ ਖੁਸ਼ੀ ਨੂੰ ਹਾਸਲ ਕਰੋ, ਲੇਕਿਨ ਉਸ 31 ਤਰੀਕ ਨੂੰ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਬਹਿਣਾ, ਖੁਦਾਵੰਦ ਦੇ ਚਰਨਾਂ ਦੇ ਵਿੱਚ ਬਹਿ ਕੇ ਉਹਨੂੰ ਕਹਿਣਾ, ਖੁਦਾਵੰਦ 2022 ਆ ਰਿਹਾ ਹੈ। ਜਿਹੜੇ ਪਿਛਲੇ ਸਾਲ ਮੈਂ ਕੁਝ ਨਹੀਂ ਕਰ ਸਕਿਆ, ਮੈਂ ਕੁਝ ਗਵਾ ਬੈਠਾ ਹਾਂ ਪਿਛਲੇ ਸਾਲ, ਇਸ ਸਾਲ ਮੈਨੂੰ ਪਲੀਜ਼ ਰਿਟਰਨ ਕਰ। ਦੁਆ ਜਾਣਦੇ ਹੋ ਕੀ ਹੁੰਦੀ ਹੈ? ਦੁਆ ਜਿਸ ਤਰ੍ਹਾਂ ਇੱਕ ਬੇਟਾ ਆਪਣੇ ਬਾਪ ਦੇ ਅੱਗੇ ਪ੍ਰਾਰਥਨਾ ਕਰਦਾ ਹੈ, ਇਸੇ ਤਰ੍ਹਾਂ ਅਸੀਂ ਆਪਣੇ ਸਵਰਗੀ ਪਿਤਾ ਦੇ ਅੱਗੇ ਪ੍ਰਾਰਥਨਾ ਕਰਨੀ ਹੈ ਕਿ ਖੁਦਾਵੰਦ ਮੈਨੂੰ ਅਗਲੇ ਸਾਲ ਦੇ ਵਿੱਚ ਸੰਭਾਲ ਕੇ ਰੱਖੀ। ਸਭ ਤੋਂ ਪਹਿਲਾਂ ਇੱਕ ਚੀਜ਼ ਮੰਗਣਾ, ਲਾਲਚ ਨਾ ਕਰਨਾ। ਲਾਲਚ ਤੋਂ ਖੁਦਾਵੰਦ ਬੜੀ ਨਫ਼ਰਤ ਕਰਦਾ ਹੈ। ਜਿਹੜੇ ਇਨਸਾਨ ਲਾਲਚੀ ਨੇ, ਖੁਦਾ ਉਹਨਾਂ ਦੀ ਕਦੀ ਵੀ ਦੁਆ ਨਹੀਂ ਸੁਣੇਗਾ। ਜਿਹੜੇ ਇਨਸਾਨ ਗਰੀਡ ਦੇ ਨਾਲ ਭਰੇ ਨੇ, ਖੁਦਾ ਉਹਨਾਂ ਨੂੰ ਕਦੇ ਵੀ ਬਰਕਤ ਨਹੀਂ ਦੇਗਾ। ਲਾਲਚੀਆਂ ਤੋਂ ਖੁਦਾ ਨਫ਼ਰਤ ਕਰਦਾ ਹੈ। ਖੁਦਾਵੰਦ ਨੂੰ ਕਹੋ, ਪਿਤਾ ਪਰਮੇਸ਼ਵਰ ਮੈਨੂੰ ਸਿਹਤ ਦੇਈ। ਕੀ ਦੇਈ? ਸਿਹਤ ਦੇਈ। ਸਿਹਤ ਤੋਂ ਵੱਡੀ ਕੋਈ ਵੀ ਦੌਲਤ ਨਹੀਂ ਹੈ। ਸਿਹਤ ਹੈ ਕੋਈ ਸਿਹਤ ਤੋਂ ਵੱਡੀ ਦੌਲਤ? ਤੁਹਾਡੇ ਕੋਲ ਬਹੁਤ ਸਾਰਾ ਧਨ ਹੋਏ, ਜੇ ਤੁਸੀਂ ਮੰਜੇ ਉੱਤੇ ਪਏ ਹੋ ਤਾਂ ਉਹ ਧਨ ਤੁਹਾਨੂੰ ਤੁਹਾਡੇ ਕਿਸੇ ਕੰਮ ਦਾ ਨਹੀਂ ਹੈ। ਅਗਰ ਤੁਸੀਂ ਚੱਲਦੇ ਫਿਰਦੇ ਹੋ, ਅਗਰ ਤੁਸੀਂ ਤੰਦਰੁਸਤ ਹੋ, ਤਾਂ ਖੁਦਾਵੰਦ ਦਾ ਧੰਨਵਾਦ ਕਰੋ। ਮਿਹਨਤ ਕਰੋਗੇ ਤਾਂ ਖੁਦਾਵੰਦ ਤੁਹਾਨੂੰ ਤੁਹਾਡੀ ਮਿਹਨਤ ਦੇ ਵਿੱਚ ਕੀ ਹੈ? ਬਰਕਤ ਦੇਗਾ। ਮਿਹਨਤ ਦੇ ਵਿੱਚ ਤੁਹਾਨੂੰ ਖੁਦਾਵੰਦ ਸਫਲ ਕਰੇਗਾ। ਔਰ ਸੰਸਾਰ ਦੇ ਮੁਤਾਬਕ ਨਾ ਚੱਲੋ, ਸੰਸਾਰ ਦੀ ਚੀਜ਼ਾਂ ਦੇ ਪਿੱਛੇ ਨਾ ਭੱਜਣਾ, ਸੰਸਾਰ ਦੇ ਚੀਜ਼ਾਂ ਦੇ ਮਗਰੋਂ ਆਪਣੇ ਧਿਆਨ ਨੂੰ ਹਟਾ ਕੇ ਖੁਦਾਵੰਦ ਦੇ ਵੱਲ ਆਪਣੇ ਧਿਆਨ ਨੂੰ ਲਗਾਉਣਾ। ਤਾਂ ਖੁਦਾਵੰਦ ਦਾ ਕਲਾਮ ਕਹਿੰਦਾ, ਤੂੰ ਜਿੱਥੇ ਜਾਏਗਾ ਤੇਰਾ ਬੋਲ ਬਾਲਾ ਹੋਏਗਾ। ਜਿੱਥੇ ਕਿਤੇ ਵੀ ਤੂੰ ਪੈਰ ਧਰੇਗਾ ਮੈਂ ਤੈਨੂੰ ਬਰਕਤ ਦਿਆਂਗਾ। ਜਿੱਥੇ ਕਿਤੇ ਵੀ ਤੂੰ ਜਾਏਗਾ ਮੈਂ ਤੇਰੇ ਨਾਲ ਨਾਲ ਹੋਵਾਂਗਾ। ਖੁਦਾ ਸਾਡੇ ਨਾਲ ਹੈ। ਖੁਦਾ ਸਾਡੇ ਨਾਲ ਹੋਣ ਦੀ ਕੂਵਤ ਰੱਖਦਾ ਹੈ। एक आखिरी है तो पढ़ना इसी का दूसरा अध्याय की 23 आयत को लेके 25 आयत तक। हाँ जी, पहला यूहन्ना दूसरा अध्याय 23 आयत को लेके 25 आयत तक। ਹਰੇਕ ਜੋ ਪੁੱਤਰ ਦਾ ਇਨਕਾਰ ਕਰਦਾ ਹੈ, ਹਰੇਕ ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ, ਪਿਤਾ ਉਹਦੇ ਕੋਲ ਨਹੀਂ। ਪਿਤਾ ਉਹਦੇ ਕੋਲ ਨਹੀਂ। ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ, ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ, ਪਿਤਾ ਉਹਦੇ ਕੋਲ ਹੈ। ਪਿਤਾ ਉਹਦੇ ਕੋਲ ਹੈ। ਹਾਲੇਲੂਇਆ। ਹਾਲੇਲੂਇਆ। ਜਿਹੜਾ ਬੇਟੇ ਨੂੰ ਮੰਨ ਲੈਂਦਾ ਹੈ, ਜਿਹੜਾ ਖੁਦਾਵੰਦ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰ ਲੈਂਦਾ, ਪਿਤਾ ਉਹਦੇ ਕੋਲ ਹੈ। ਕਿਉਂਕਿ ਪਿਤਾ ਨੇ ਪੁੱਤਰ ਨੂੰ ਇਸ ਸੰਸਾਰ ਦੇ ਵਿੱਚ ਕੀ ਹੈ? ਘੱਲਿਆ ਹੈ। ਅਗੇ ਜਿਹੜਾ ਪੁੱਤਰ ਨੂੰ ਮੰਨ ਲੈਂਦਾ ਹੈ, ਪਿਤਾ ਉਹਦੇ ਕੋਲ ਹੈ। ਜਿਹੜਾ ਮੁੱਢੋਂ ਤੁਸੀਂ ਸੁਣਿਆ, ਜੋ ਤੁਸੀਂ ਸ਼ੁਰੂਆਤ ਦੇ ਵਿੱਚ ਸੁਣਿਆ, ਉਹ ਤੁਹਾਡੇ ਵਿੱਚ ਕਾਇਮ ਰਹੇ। ਉਹ ਤੁਹਾਡੇ ਅੰਦਰ ਕੀ ਰਵੇ? ਕਾਇਮ ਰਹੇ। ਤੁਸੀਂ ਖੁਦਾਵੰਦ ਦੇ ਬਚਨ ਨੂੰ ਸੁਣਿਆ ਹੈ। ਅਗਰ ਤੁਸੀਂ ਦਿਲ ਤੋਂ ਸੁਣਿਆ ਹੈ, ਆਪਣੇ ਕੰਨਾਂ ਨੂੰ ਖੋਲਿਆ ਹੈ, ਤਾਂ ਉਹ ਬਚਨ ਤੁਹਾਡੇ ਅੰਦਰ ਰਹੇਗਾ। ਉਹ ਬਚਨ ਹੀ ਤੁਹਾਨੂੰ ਜ਼ਿੰਦਗੀ ਦੇਗਾ। ਉਹ ਬਚਨ ਹੀ ਤੁਹਾਨੂੰ ਖੁਦਾਵੰਦ ਦੇ ਵਿੱਚ ਅੱਗੇ ਵਧਾਏਗਾ। ਅੱਗੇ ਜੇ ਉਹ ਤੁਹਾਡੇ ਵਿੱਚ ਕਾਇਮ ਰਹੇ, ਜੇ ਉਹ ਤੁਹਾਡੇ ਅੰਦਰ ਕਾਇਮ ਰਹੇ, ਜਿਹੜਾ ਮੁੱਢੋਂ ਤੁਸੀਂ ਸੁਣਿਆ, ਜਿਹੜਾ ਸ਼ੁਰੂਆਤ ਦੇ ਵਿੱਚੋਂ ਤੁਸੀਂ ਸੁਣਿਆ, ਤਾਂ ਤੁਸੀਂ ਵੀ ਪੁੱਤਰ ਅਤੇ ਪਿਤਾ ਵਿੱਚ ਕਾਇਮ ਰਹੋਗੇ। ਤਦ ਤੁਸੀਂ ਵੀ ਪਿਤਾ ਅਤੇ ਪੁੱਤਰ ਦੇ ਵਿੱਚ ਕੀ ਰਹੋਗੇ?
ਕਾਇਮ ਰਹੋਗੇ। ਅੱਗੇ, ਅਤੇ ਇਹ ਉਹ ਵਾਅਦਾ ਹੈ ਅਤੇ ਇਹ ਉਹ ਵਾਅਦਾ ਹੈ ਜਿਹੜਾ ਉਹਨੇ ਸਾਨੂੰ ਦਿੱਤਾ ਸੀ, ਜਿਹੜਾ ਉਹਨੇ ਸਾਨੂੰ ਦਿੱਤਾ ਸੀ, ਅਰਥਾਤ ਸਦਾ ਦੀ ਜ਼ਿੰਦਗੀ, ਅਰਥਾਤ ਹਮੇਸ਼ਾ ਦੀ ਜ਼ਿੰਦਗੀ। ਇਮੇਜਿਨ ਕਰੋ ਜੇ ਤੁਸੀਂ 1 ਕਰੋੜ ਸਾਲ ਜੀਓ, ਥੱਕ ਜਾਓਗੇ ਨਾ ਤੁਸੀਂ। ਬਾਈਬਲ ਦੇ ਵਿੱਚ ਲਿਖਿਆ ਹੈ, ਮੈਂ ਆਪਣੇ ਲੋਕਾਂ ਨੂੰ ਅਨੰਤਤਾ ਦੇ ਵਿੱਚ ਲੈ ਜਾਵਾਂਗਾ। I will take them to infinity ਜਾਂ eternity। ਖੁਦਾਵੰਦ ਕਹਿੰਦਾ ਕਿ ਮੈਂ ਉਹਨਾਂ ਨੂੰ ਅਨੰਤਤਾ ਦੇ ਵਿੱਚ ਲੈ ਜਾਵਾਂਗਾ, ਜਿੱਥੇ ਸਮਾਂ ਨਹੀਂ ਹੁੰਦਾ, ਜਿੱਥੇ ਸਮੇਂ ਦੀ ਕੋਈ ਵੀ ਮਿਆਦ ਨਹੀਂ ਹੁੰਦੀ। ਹੈ ਧਰਤੀ ਦੇ ਉੱਤੇ ਇਹ 24 ਘੰਟੇ ਦਾ ਟਾਈਮ, ਲੇਕਿਨ ਜੇ ਤੁਸੀਂ ਇਸ ਅੰਤਰਿਕਸ਼ ਤੋਂ ਬਾਹਰ ਨਿਕਲੋਗੇ, ਉੱਥੇ ਕੋਈ ਵੀ ਸਮਾਂ ਨਹੀਂ ਹੈ। ਉੱਥੇ ਲਾਈਟ ਈਅਰਸ ਚੱਲਦੇ ਨੇ। ਕਿਹੜੇ ਚੱਲਦੇ ਨੇ? ਲਾਈਟ ਈਅਰਸ, ਪ੍ਰਕਾਸ਼ ਵਰਸ਼ ਉਸ ਨੂੰ ਕਹਿੰਦੇ ਨੇ। ਤੁਸੀਂ ਇੰਡੀਆ ਦੇ ਵਿੱਚ ਸਟੱਡੀ ਕੀਤੀ ਹੋਏਗੀ ਪ੍ਰਕਾਸ਼ ਵਰਸ਼, ਔਰ ਉਹਨਾਂ ਪ੍ਰਕਾਸ਼ ਵਰਸ਼ਾਂ ਤੋਂ ਵੀ ਉੱਤੇ ਖੁਦਾਵੰਦ ਦਾ ਤਖਤ ਲੱਗਾ। ਖੁਦਾਵੰਦ ਉੱਥੇ ਆਪਣੇ ਲੋਕਾਂ ਨੂੰ ਲਿਜਾਣ ਦੀ ਕੂਵਤ ਰੱਖਦਾ ਹੈ। ਉੱਥੇ ਆਪਣੇ ਲੋਕਾਂ ਨੂੰ ਆਪਣੇ ਨਾਲ ਸਦਾ ਦੇ ਲਈ ਰੱਖਣ ਦੇ ਲਈ ਯਿਸੂ ਮਸੀਹ ਦਾ ਜਨਮ ਹੋਇਆ। ਯਿਸੂ ਮਸੀਹ ਦਾ ਇਸ ਸੰਸਾਰ ਦੇ ਉੱਤੇ ਆਉਣਾ ਕੋਈ ਅਚਾਨਕ ਨਹੀਂ ਸੀ, ਕਿਉਂਕਿ ਆਦਮ ਤੇ ਹਵਾ ਨੇ ਜਿਹੜਾ ਗੁਨਾਹ ਕੀਤਾ, ਉੱਥੋਂ ਹੀ ਖੁਦਾ ਨੇ ਇੱਕ ਪ੍ਰਣ ਲੈ ਲਿਆ ਕਿ ਟਾਈਮ ਆਏਗਾ ਜਦੋਂ ਮੈਂ ਆਪਣੇ ਪੁੱਤਰ ਨੂੰ ਸੰਸਾਰ ਦੇ ਵਿੱਚ ਘੱਲਾਂਗਾ ਅਤੇ ਉਹ ਆ ਕੇ ਦੁਨੀਆ ਨੂੰ ਮੁਕਤੀ ਦਾ ਰਾਹ ਵਿਖਾਏਗਾ। ਇਸ ਲਈ ਜਿਹੜੇ ਖੁਦਾਵੰਦ ਉੱਤੇ ਵਿਸ਼ਵਾਸ ਕਰਦੇ ਨੇ, ਖੁਦਾਵੰਦ ਕਹਿੰਦਾ ਕਿ ਉਹਨਾਂ ਨੂੰ ਮੈਂ ਅਨੰਤਤਾ ਦੇ ਵਿੱਚ ਲੈ ਕੇ ਜਾਵਾਂਗਾ। ਆइए 2 आयतां पढ़िए, फिर उस तो बाद इस वर्षिप ਦੇ ਵਿੱਚ ਚਲਾਂਗੇ। यूहन्ना रसूल दी अंजील 3 अध्याय 16 आयत, फिर उसकी 36 आयत पढ़ना। Giovanni capitolo 3 verso 16। यूहन्ना रसूल दी अंजील उसका 3 अध्याय ਉਹਦੀ 16 आयत। ਕਿਉਂਕਿ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕਿਉਂ ਕੀਤਾ, ਜੋ ਪਰਮੇਸ਼ਵਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ, ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਜੋ ਦਿੱਤਾ, ਉਹਨੇ ਆਪਣਾ ਇੱਕੋ ਇੱਕ, ਕਿਹੜਾ ਇੱਕੋ ਹੀ ਇੱਕ ਬੇਟਾ ਦੇ ਦਿੱਤਾ, ਤਾਂ ਜੋ ਹਰੇਕ ਜੋ ਉਸ ਤੇ ਤਾਂ ਜੋ ਹਰੇਕ ਜੋ ਸਾਰੇ ਆਉਂਦੇ ਅਸੀਂ, ਜੋ ਕੋਈ ਦੇ ਵਿੱਚ ਅਸੀਂ ਸਭ ਹੁੰਦੇ ਹਾਂ, ਤਾਂ ਜੋ ਹਰੇਕ ਜੋ ਕੋਈ ਉਹਦੇ ਤੇ ਵਿਸ਼ਵਾਸ ਕਰੇ ਨਾਸ਼ ਨਾ ਹੋਵੇ, ਉਹ ਨਾਸ਼ ਨਾ ਹੋਵੇ, ਪਰ ਸਦੀਵਕ ਜੀਵਨ ਪਾਵੇ। ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਏ। ਇਸ ਦੀ 36 ਆਇਤ ਨੂੰ ਪੜ੍ਹਨਾ। ਜਿਹੜਾ ਪੁੱਤਰ ਉੱਤੇ ਨਿਹਚਾ ਕਰਦਾ ਹੈ, ਜਿਹੜਾ ਪੁੱਤਰ ਦੇ ਉੱਤੇ ਨੇਚਾ ਕਰਦਾ ਹੈ, ਸਦੀਵਕ ਜੀਵਨ ਉਸੇ ਦਾ ਹੈ। ਹਮੇਸ਼ਾ ਦੀ ਜ਼ਿੰਦਗੀ ਕਿਹਦੀ ਹੈ? ਕਿਹਦੀ ਹੈ? ਕਿਹਦੀ ਹੈ? ਜਿਹੜਾ ਯਿਸੂ ਮਸੀਹ ਦੇ ਉੱਤੇ ਨਿਹਚਾ ਕਰਦਾ ਹੈ। ਤੁਹਾਡੀ ਨਹੀਂ ਹੈ? ਜਿਹੜਾ ਪੁੱਤਰ ਉੱਤੇ ਨੇਚਾ ਕਰਦਾ ਹੈ, ਹਮੇਸ਼ਾ ਦੀ ਜ਼ਿੰਦਗੀ ਉਹਦੀ ਹੈ। ਅੱਗੇ, ਪਰ ਜੋ ਪੁੱਤਰ ਨੂੰ ਨਹੀਂ ਮੰਨਦਾ, ਪਰ ਜਿਹੜਾ ਪੁੱਤਰ ਨੂੰ ਨਹੀਂ ਮੰਨਦਾ, ਸੋ ਜੀਵਨ ਨਾ ਵੇਖੇਗਾ, ਸੋ ਜੀਵਨ ਨੂੰ ਨਾ ਵੇਖੇਗਾ। ਅੱਗੇ, ਸਗੋਂ ਪਰਮੇਸ਼ਵਰ ਦਾ ਕਰੋਧ ਸਗੋਂ ਉਸ ਉੱਤੇ ਰਹਿੰਦਾ ਪਰਮੇਸ਼ਵਰ ਹੈ। ਦਾ ਕਰੋਧ ਉਸ ਦੇ ਉੱਤੇ ਕੀ ਹੈ? ਰਹਿੰਦਾ ਹੈ। ਸਗੋਂ ਖੁਦਾ ਦਾ ਅਜ਼ਾਬ, ਪਰਮੇਸ਼ਵਰ ਦਾ ਗਜ਼ਬ ਉਹਨਾਂ ਲੋਕਾਂ ਦੇ ਉੱਤੇ ਕੀ ਹੈ? ਰਹਿੰਦਾ ਹੈ। ਜੇ ਅਸੀਂ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਯਿਸੂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਬੂਲ ਕੀਤਾ ਹੈ, ਤਾਂ ਖੁਦਾਵੰਦ ਸਾਡੇ ਤੋਂ ਖੁਸ਼ ਹੈ। ਅਸੀਂ ਜਿੱਥੇ ਵੀ ਜਾਵਾਂਗੇ, ਅਸੀਂ ਜਿੱਥੇ ਵੀ ਰਹਾਂਗੇ, ਖੁਦਾਵੰਦ ਸਾਥੋਂ ਖੁਸ਼ ਹੋਏਗਾ, ਜੇਕਰ ਅਸੀਂ ਉਹਦੇ ਵਾਅਦਿਆਂ ਨੂੰ ਆਪਣੇ ਦਿਲ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹਾਂ। ਕਿਉਂਕਿ ਵਾਅਦੇ ਨੂੰ ਮੰਨਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਮੁਲਕ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਵੀ, ਹਰ ਮੁਲਕ ਦੇ ਵਿੱਚ ਵੀ ਇੱਕ ਕਨਸਟੀਟਿਊਸ਼ਨ ਹੁੰਦਾ ਹੈ। ਕੀ ਹੁੰਦਾ? ਕਨਸਟੀਟਿਊਸ਼ਨ, ਜਿਹਨੂੰ ਅਸੀਂ ਸੰਵਿਧਾਨ ਕਹਿੰਦੇ ਆ। ਅਗਰ ਅਸੀਂ ਇਹਨਾਂ ਰੂਲਾਂ ਦੀ ਉਲੰਘਣਾ ਕਰਾਂਗੇ ਤਾਂ ਕੀ ਹੋਏਗਾ? ਸਾਨੂੰ ਨੁਕਸਾਨ ਹੋ ਸਕਦਾ, ਸਾਨੂੰ ਜੁਰਮਾਨਾ ਹੋ ਸਕਦਾ ਹੈ। ਅਗਰ ਬਿਨਾਂ ਪਤੈਂਤੇ ਤੋਂ ਗੱਡੀ ਚਲਾਓਗੇ ਤਾਂ ਕੀ ਹੋਏਗਾ? ਗੱਡੀ ਵੀ ਬੌਂਡ ਕਰਨਗੇ ਤੇ ਤੁਹਾਨੂੰ ਉਲਟਾ ਜੁਰਮਾਨਾ ਵੀ ਕਰਨਗੇ। ਇਹ ਖੁਦਾਵੰਦ ਦੇ ਨਿਯਮ ਨੇ, ਕਾਨੂੰਨ ਨੇ। ਜੇ ਅਸੀਂ ਇਹਦੇ ਪਾਲਣਾ ਦੇ ਵਿੱਚ ਰਵਾਂਗੇ ਤਾਂ ਖੁਦਾਵੰਦ ਸਾਨੂੰ ਕਿਸੇ ਵੀ ਚੀਜ਼ ਤੋਂ ਥੋੜ੍ਹਿਆ ਨਹੀਂ ਰਹਿਣ ਦੇਗਾ, ਕਿਸੇ ਵੀ ਚੀਜ਼ ਤੋਂ ਸਾਨੂੰ ਮੁਹਤਾਜ ਨਹੀਂ ਰਹਿਣ ਦੇਗਾ, ਕਿਸੇ ਵੀ ਚੀਜ਼ ਤੋਂ ਸਾਨੂੰ ਪਰੋਖੇ ਨਹੀਂ ਰੱਖੇਗਾ, ਸਗੋਂ ਆਪਣੇ ਨਾਲ ਰੱਖੇਗਾ।
ਔਰ ਆਪਣੇ ਨਾਲ ਸਾਨੂੰ ਅਨੰਤਤਾ ਦੇ ਵਿੱਚ ਕੀ ਹੈ ਲੈ ਜਾਏਗਾ। ਕਿੱਥੇ ਲੈ ਜਾਏਗਾ? ਅਨੰਤਤਾ ਦੇ ਵਿੱਚ, ਹਮੇਸ਼ਾ ਦੀ ਜ਼ਿੰਦਗੀ ਦੇ ਵਿੱਚ। ਖੁਦਾ ਤੁਹਾਨੂੰ ਸਭ ਨੂੰ ਹਮੇਸ਼ਾ ਦੀ ਜ਼ਿੰਦਗੀ ਦੇ। ਆਮੀਨ ਆਮੀਨ। ਉੱਚੀ ਬੋਲੋ ਆਮੀਨ ਆਮੀਨ। ਹਾਲੇਲੂਇਆ।